ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਿੰਨ ਕਾਲੇ ਕਾਨੂੰਨ ਜੋ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਸਦਾ ਲਈ ਖਤਮ ਕਰਨ ਲਈ ਪਾਸ ਕੀਤੇ ਗਏ, ਉਹਨਾਂ ਨੂੰ ਰੱਦ ਕਰਾਉਣ ਲਈ ਦਿੱਲੀ ਦੇ ਵੱਖ-ਵੱਖ ਬਾਰਡਰਾਂ ਤੇ ਪਿਛਲੇ ਸਾਲ ਨਵੰਬਰ 25-26 ਤੋਂ ਦਿੱਲੀ ਦੇ ਵੱਖ-ਵੱਖ ਬਾਰਡਰਾਂ ਤੇ ਕਿਸਾਨ ਮਜ਼ਦੂਰ ਇਕੱਠੇ ਹੋ ਕੇ ਬੈਠੇ ਨੇ, ਜਿੱਥੇ ਉਹਨਾਂ ਨੂੰ ਹਜ਼ਾਰਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਉੱਥੇ ਉਹਨਾਂ ਦੇ ਨਾਲ ਡਟ ਕੇ ਹਰ ਵਰਗ ਨੇ ਸਾਥ ਵੀ ਦਿੱਤਾ। ਅਸੀਂ ਗੱਲ ਕਰਨਾ ਚਾਹਾਂਗੇ ਗੁਰਮਤਿ ਗਿਆਨ ਮਿਸ਼ਨ ਕਾਲਜ ਸੰਸਥਾ ਨੇ ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ ਆਪਣੇ ਵੱਲੋਂ ਬਣਦਾ ਯੋਗਦਾਨ ਪਾਇਆ ਹੈ। ਉੱਥੇ ਅਸੀਂ ਉਹਨਾਂ ਵੀਰਾਂ, ਉਹਨਾਂ ਭੈਣਾਂ ਭਰਾਵਾਂ ਦਾ ਜ਼ਿਕਰ ਕਰਨਾ ਵੀ ਜ਼ਰੂਰੀ ਸਮਝਦੇ ਹਾਂ ਜਿਨ੍ਹਾਂ ਨੇ ਇਸ ਅੰਦੋਲਨ ਦੇ ਵਿੱਚ ਤਨ ਕਰਕੇ, ਮਨ ਕਰਕੇ, ਧਨ ਕਰਕੇ ਸਾਥ ਦਿੱਤਾ। ਅੱਜ ਅਸੀਂ ਸਾਡੇ ਨਾਲ ਸਾਡੀ ਛੋਟੀ ਭੈਣ ਮਨੀਸ਼ਾ, ਜੋ ਕਿ ਹਿੰਦੂ ਪਰਿਵਾਰ ਨਾਲ ਸੰਬੰਧ ਰੱਖਦੀ ਹੈ। ਸਭ ਤੋਂ ਵੱਡੀ ਗੱਲ ਹੈ ਕਿ ਇੱਕ ਪੇਸ਼ੇ ਦੇ ਤੌਰ ਤੇ ਡਾਕਟਰ ਨੇ ਕਰੋਨਾ ਦੇ ਟਾਈਮ ਤੇ ਜਿੱਥੇ ਉਹਨਾਂ ਨੂੰ ਹਸਪੀਟਲ ਵਿੱਚ ਜਾ ਕੇ ਆਪਣੀ ਡਿਊਟੀ ਕਰਨੀ ਚਾਹੀਦੀ ਸੀ, ਉੱਥੇ ਉਹਨਾਂ ਨੇ ਪਹਿਲ ਦਿੱਤੀ ਕਿਸਾਨਾਂ ਨੂੰ, ਮਜ਼ਦੂਰਾਂ ਨੂੰ, ਕਿ ਇੱਥੇ ਆਣ ਕੇ ਉਹ ਆਪਣੀਆਂ ਸੇਵਾਵਾਂ ਉਹ ਦੇ ਸਕੇ। ਤੇ ਕਮਾਲ ਦੀ ਗੱਲ ਹੈ, ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ ਲਗਾਤਾਰ ਹੁਣ ਤਾਂ ਜੇ ਸਗੋਂ ਥੋੜ੍ਹਾ ਰਸ਼ ਘਟਿਆ ਹੈ। ਗੱਲ ਮੈਂ ਉਸ ਟਾਈਮ ਦੀ ਕਰ ਰਿਹਾ ਜਦੋਂ ਇੱਥੇ ਬਹੁਤ ਜ਼ਿਆਦਾ ਰਸ਼ ਹੁੰਦਾ ਸੀ ਤੇ ਲਗਭਗ 3-4 ਕਿਲੋਮੀਟਰ ਪੈਦਲ ਤੁਰ ਕੇ ਆਉਣਾ ਪੈਂਦਾ ਸੀ ਜਿੱਥੇ ਸਾਡਾ ਸਟਾਲ ਲੱਗਾ ਸੀ ਇੱਥੋਂ ਤੱਕ। ਤੇ ਸਾਡੀ ਭੈਣ, ਉਹਨਾਂ ਦਾ ਸਮੁੱਚਾ ਪਰਿਵਾਰ, ਉਹਨਾਂ ਦੇ ਮੰਮੀ ਡੈਡੀ, ਉਹਨਾਂ ਦੇ ਭਰਾ, ਉਹਨਾਂ ਦੀ ਛੋਟੀ ਭੈਣ, ਇੰਜ ਕਹਿ ਲਈਏ ਵੀ ਜੇ ਉਹਨਾਂ ਦਾ ਇੱਥੇ ਇਸ ਅੰਦੋਲਨ ਦੇ ਵਿੱਚ ਸਹਿਯੋਗ ਰਿਹਾ ਤੇ ਪੂਰੇ ਪਰਿਵਾਰ ਦੀ ਬਹੁਤ ਵੱਡੀ ਸਹਿਮਤੀ ਸੀ। ਮੈਨੂੰ ਯਾਦ ਹੈ ਕਿ ਇੱਕ ਦਿਨ ਮੈਂ ਤੇ ਭਾਈ ਗੁਰਜੰਟ ਸਿੰਘ ਜਦੋਂ ਅਸੀਂ ਆਪਣੀ ਛੋਟੀ ਭੈਣ ਨੂੰ ਘਰ ਛੱਡਣ ਗਏ ਤੇ ਅਸੀਂ ਸਹਿ ਸੁਭਾਏ ਗੱਲ ਕੀਤੀ ਉਹਨਾਂ ਦੇ ਪਿਤਾ ਨਾਲ ਕਿ ਤੁਹਾਡਾ ਧੰਨਵਾਦ, ਤੁਸੀਂ ਆਪਣੀ ਧੀ ਨੂੰ, ਕਿਉਂਕਿ ਉੱਦਾਂ ਸੇਵਾ ਕਰਨੀ ਹੋਰ ਹੈ ਪਰ ਇਹ ਅੰਦੋਲਨ ਦੇ ਵਿੱਚ ਜਿੱਥੇ ਸੰਘਰਸ਼ ਲੜਿਆ ਜਾ ਰਿਹਾ ਹੈ ਉੱਥੇ ਇੱਕ ਧੀ ਦਾ ਆਉਣਾ ਬੜੇ ਵੱਡੇ ਰਿਸਕ ਦੀ ਗੱਲ ਆ। ਪਰ ਫਿਰ ਵੀ ਜਦੋਂ ਅਸੀਂ ਉਹਨਾਂ ਨਾਲ ਗੱਲ ਕੀਤੀ ਕਿ ਤੁਹਾਡਾ ਧੰਨਵਾਦ, ਤੁਸੀਂ ਆਪਣੀ ਬੇਟੀ ਨੂੰ ਇਸ ਅੰਦੋਲਨ ਦੇ ਵਿੱਚ ਸੇਵਾ ਕਰਨ ਲਈ ਭੇਜਦੇ ਰਹੇ, ਤਾਂ ਉਹਨਾਂ ਕਿਹਾ ਅਸੀਂ ਤੁਹਾਡੇ ਵਿੱਚ ਗੁਰੂ ਨਾਨਕ ਸਾਹਿਬ ਵੇਖਦੇ ਹਾਂ। ਅਸੀਂ ਸਾਹਿਬਜ਼ਾਦਿਆਂ ਦੀ ਜਦੋਂ ਗੱਲ ਪੜ੍ਹਦੇ ਹਾਂ, ਸੁਣਦੇ ਹਾਂ, ਅਤੇ ਬੜੀ ਮਾਣ ਦੀ ਗੱਲ ਹੈ ਕਿ ਸਿਹਰਾ ਸਾਡੇ ਗੁਰੂ ਪਾਤਸ਼ਾਹ ਜੀ ਨੂੰ ਜਾਂਦਾ ਹੈ। ਅਤੇ ਅੱਜ ਸਾਡੇ ਨਾਲ ਸਾਡੀ ਛੋਟੀ ਭੈਣ ਮਨੀਸ਼ਾ ਟੈਂਟ ਦੇ ਵਿੱਚ, ਕਿਉਂਕਿ ਰੋਜ਼ ਉਹ ਮੈਡੀਸਨ ਦੀ ਸੇਵਾ ਕਰਦੇ ਨੇ, ਉਹ ਆਪਣੀਆਂ ਜਿਹੜੀਆਂ ਸੇਵਾਵਾਂ ਨੇ, ਜੋ ਉਹਨਾਂ ਦਾ ਕੋਲ ਗਿਆਨ ਆ, ਜੋ ਉਹਨਾਂ ਨੇ ਸੋਝੀ ਪ੍ਰਾਪਤ ਕੀਤੀ ਆ, ਉਹ ਮਾਣ ਮਹਿਸੂਸ ਕਰਦੇ। ਇੱਥੇ ਆਣ ਕੇ ਅਸੀਂ ਵੇਖਿਆ ਇਕੱਲਾ ਉਹ ਮੈਡੀਸਨ ਨਹੀਂ, ਜੇ ਅਸੀਂ ਕੋਈ ਵੀ ਕੰਮ ਕਰ ਰਹੇ ਹਾਂ, ਜੇ ਅਸੀਂ ਰੰਗ ਕਰ ਰਹੇ ਹਾਂ, ਜੇ ਅਸੀਂ ਕੋਈ ਸਾਫ਼ ਸਫਾਈ ਕਰ ਰਹੇ ਹਾਂ, ਤਾਂ ਸਾਡੇ ਨਾਲ ਉਹਨਾਂ ਨੇ ਮਤਲਬ ਆਣ ਕੇ ਪੂਰਾ ਸਾਥ ਦੇਣਾ। ਅਤੇ ਅਸੀਂ ਉਹਨੂੰ ਪੁੱਛਦੇ ਵੀ ਰਹੇ ਵੀ ਤੁਹਾਨੂੰ ਕਿੱਦਾਂ ਲੱਗਦਾ, ਅਤੇ ਉਹ ਕਹਿੰਦੇ ਮੈਨੂੰ ਖੁਸ਼ੀ ਹੁੰਦੀ। ਕਈ ਵਾਰੀ ਅਸੀਂ ਖੁਦ ਕਹਿਣਾ ਵੀ ਤੁਸੀਂ ਅੱਜ ਸੰਡੇ ਆ, ਤੁਸੀਂ ਨਾ ਆਓ, ਪਰ ਉਹ ਐਤਵਾਰ ਵੀ ਆਣ ਕੇ ਕਿਸਾਨਾਂ ਦੇ ਵਿੱਚ, ਕਿਸਾਨ ਭਰਾਵਾਂ ਦੇ ਨਾਲ ਜਿਹੜਾ ਮੋਢੇ ਨਾਲ ਮੋਢਾ ਜੋੜ ਕੇ ਸਾਡੀ ਛੋਟੀ ਭੈਣ ਨੇ, ਸਾਡੀ ਧੀ ਕਹਿ ਲਈਏ, ਉਹਨੇ ਬੜਾ ਸਾਥ ਦਿੱਤਾ ਹੈ। ਅਤੇ ਮੈਂ ਆਪਣੇ ਵੱਲੋਂ ਜੀ ਆਇਆਂ ਕਹਿਣਾ ਮਨੀਸ਼ਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਆਪਾਂ ਪੁੱਛਦੇ ਹਾਂ ਕਿ ਨਾਲੇ ਅਸੀਂ ਚਾਹੁੰਦੇ ਸੀ ਕਿ ਤੁਹਾਡੇ ਰੂਬਰੂ ਕਰਾਈਏ, ਕਿਉਂਕਿ ਮੈਂ ਸੈਂਕੜੇ ਵਾਰ ਸਟੇਜਾਂ 'ਤੇ ਵੀ ਆਪਣੀ ਛੋਟੀ ਭੈਣ ਦਾ ਜ਼ਿਕਰ ਕੀਤਾ ਕਿ ਸਾਡੇ ਕੋਲ ਉਹ ਟੈਂਟ 'ਚ ਆਣ ਕੇ ਇੱਥੇ ਅੰਦੋਲਨ ਦੇ ਵਿੱਚ ਦਵਾਈਆਂ ਦੀ ਸੇਵਾ, ਜਿਹੜੀਆਂ ਵੀ ਇੱਥੇ ਕਿਸਾਨਾਂ ਨੂੰ ਚਾਹੀਦੀਆਂ ਸਨ, ਉਹ ਸੇਵਾ ਮੁਹੱਈਆ ਕਰਾਉਂਦੇ ਰਹੇ। ਅਤੇ ਮੈਂ ਚਾਹੁੰਦਾ ਸੀ ਕਿ ਇੱਕ ਵਾਰ ਉਹ ਚਿਹਰਾ ਸਾਰੀ ਸੰਗਤ ਦੇ ਸਾਹਮਣੇ ਅਸੀਂ ਲੈ ਕੇ ਆਈਏ ਕਿ ਇੱਥੇ ਜਿਹੜੇ ਉਹ ਫੁੱਟ ਪਾਉਣ ਦੀ ਕੋਸ਼ਿਸ਼ ਕਰ ਰਹੇ ਸੀ ਵੀ ਇੱਥੇ ਸਿੱਖ ਬੈਠੇ ਆ ਜੀ, ਇੱਥੇ ਫਲਾਣਾ ਵਰਗ ਬੈਠਾ, ਦੱਸਣਾ ਚਾਹੁੰਦੇ ਵੀ ਇੱਥੇ ਸਿੱਖ, ਹਿੰਦੂ, ਮੁਸਲਮਾਨ, ਈਸਾਈ, ਇਹ ਲੜਾਈ ਨਹੀਂ, ਇੱਥੇ ਸਾਰੇ ਇਕੱਠੇ ਹੋ ਕੇ ਮੋਢੇ ਨਾਲ ਮੋਢਾ ਜੋੜ ਕੇ ਇੱਕ ਦੂਜੇ ਦਾ ਸਾਥ ਦੇ ਰਹੇ ਸੀ। ਅਤੇ ਆਪਾਂ ਮਨੀਸ਼ਾ ਕੋਲੋਂ ਪੁੱਛਦੇ ਹਾਂ ਵੀ ਉਹਦਾ ਕੀ ਅਨੁਭਵ ਰਿਹਾ ਇਸ ਅੰਦੋਲਨ ਦੇ ਵਿੱਚ, ਉਹਨੇ ਕੀ ਮਹਿਸੂਸ ਕੀਤਾ। ਹਾਂਜੀ ਮਨੀਸ਼ਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਬਹੁਤ ਵਧੀਆ, ਜਦੋਂ ਮੈਂ ਸਟਾਰਟ ਕੀਤਾ ਸੀ ਇੱਥੇ ਆਉਣਾ, ਜਦੋਂ ਮੈਨੂੰ ਪਤਾ ਲੱਗਿਆ ਬਈ ਇੱਦਾਂ ਪੰਜਾਬ ਤੋਂ ਸ਼ੁਰੂ ਹੋਇਆ ਸੀ ਅਤੇ ਹੁਣ ਦਿੱਲੀ ਦੇ ਬਾਰਡਰ 'ਤੇ ਆ ਗਏ ਨੇ, ਅਤੇ ਇੱਕ ਹੋਇਆ ਸੀ ਵੀ ਸ਼ਾਇਦ ਮੈਂ ਜਾਣਾ ਚਾਹੀਦਾ, ਮੈਂ ਦੇਖਣਾ ਆ ਉੱਥੇ ਕੀ ਸਿਚੁਏਸ਼ਨ ਆ, ਕਿੱਦਾਂ ਅੰਦੋਲਨ, ਮਤਲਬ ਗੱਲ ਸੁਣੀ ਆ, ਅੱਜ ਤੱਕ ਕਦੇ ਦੇਖੀ ਨਹੀਂ ਚੀਜ਼ਾਂ। ਸੋ ਮੈਂ ਸੋਚਿਆ ਕਿ ਬਈ ਕਾਫੀ, ਜਦੋਂ ਨਿਊਜ਼ ਸੁਣੀਆਂ, ਆਪਾਂ ਦੇਖਿਆ ਵੀ ਪਾਣੀ ਦੀਆਂ ਬੁਛਾਰਾਂ ਕੀਤੀ ਗਈਆਂ ਅਤੇ ਆਂਸੂ ਗੈਸ ਦੇ ਗੋਲੇ ਵੀ ਸੀਗੇ ਅਤੇ ਕਈ ਲੋਕਾਂ ਨੂੰ ਇੰਜਰੀ ਵੀ ਹੋਈ ਸੀਗੀ। ਅਤੇ ਪਤਾ ਲੱਗਿਆ ਕਿ ਬਿਮਾਰ ਨੇ, ਠੰਡ ਦਾ ਮੌਸਮ ਸੀਗਾ ਅਤੇ ਪਾਣੀ ਦੀ ਬੁਛਾਰਾਂ ਕਰਕੇ ਲੋਕ ਬਿਮਾਰ ਸੀਗੇ, ਕਿਸੇ ਨੂੰ ਆਈ ਇਨਫੈਕਸ਼ਨ ਹੋਇਆ ਸੀ, ਕਈਆਂ ਨੂੰ ਬਹੁਤ ਇੰਜਰੀ ਲੱਗੀ ਸੀ। ਤੋ ਮੈਨੂੰ ਇਹ ਹੋਇਆ ਸੀ ਵੀ ਮੈਨੂੰ ਜਾਣਾ ਚਾਹੀਦਾ, ਮੈਨੂੰ ਉੱਧਰ ਹੈਲਪ ਕਰਨੀ ਚਾਹੀਦੀ ਆ, ਬਿਕੋਜ਼ ਉੱਥੇ ਉਹ ਲੋਕ ਨੇ ਜਿਹੜੇ ਆਪਣੇ ਰਾਈਟਸ ਲਈ ਆਏ ਨੇ।
ਤੇ ਮੈਨੂੰ ਗੌਰਵ ਦੇ ਥਰੂ ਇੰਸਟਾਗ੍ਰਾਮ ਦੇ ਥਰੂ ਮੈਨੂੰ ਗੌਰਵ ਦੀ ਇੱਕ ਪੋਸਟ ਮਿਲੀ ਜਿੱਥੇ ਮੈਂਸ਼ਨ ਸੀਗਾ ਬਈ ਸਾਨੂੰ ਮੈਡੀਕਲ ਹੈਲਪ ਦੀ ਲੋੜ ਆ। ਮੈਂ ਕੁਝ ਨਹੀਂ ਸੋਚਿਆ, ਮੈਂ ਘਰੇ ਗੱਲ ਕੀਤੀ ਬਈ ਮੈਂ ਇੱਦਾਂ ਇੱਦਾਂ ਜਾਣਾ ਆ। ਮੰਮਾ ਪਾਪਾ ਨੇ ਕਿਹਾ ਠੀਕ ਆ, ਜੇ ਜਾਣਾ ਆ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ, ਸਾਨੂੰ ਮਾਣ ਮਹਿਸੂਸ ਹੋਣਾ ਵੀ ਤੂੰ ਇਹ ਡਿਸੀਜਨ ਲਿਆ ਆ। ਸੋ ਪਹਿਲੀ ਵਾਰੀ ਮੈਂ ਲਾਈਫ 'ਚ ਇੱਦਾਂ ਕੋਈ ਸੋਸ਼ਲ ਐਕਟੀਵਿਟੀ ਕੀਤੀ ਅਤੇ ਮੈਂ ਜਦੋਂ ਇੱਧਰ ਆਈ ਪਹਿਲੇ ਦਿਨ ਬਾਰਡਰ ਤੋਂ KFC ਮੈਂ ਦੂਰੋਂ ਦੇਖਿਆ ਸੀ। ਮੈਂ ਜ਼ਿੰਦਗੀ 'ਚ ਸੋਚਿਆ ਨਹੀਂ ਸੀ ਮੈਂ ਕਦੇ ਤੁਰ ਕੇ ਜਾਣਾ, ਅਤੇ ਮੈਂ ਗੱਲ ਕਰਦੇ ਕਰਦੇ ਮੈਂ ਤੁਰ ਕੇ ਆ ਗਈ KFC ਤੱਕ। ਮੈਨੂੰ ਪਤਾ ਵੀ ਨਹੀਂ ਲੱਗਿਆ ਕਿਉਂਕਿ ਉਹ ਇੰਨਾ ਲੋਕਾਂ ਨੂੰ ਦੇਖ ਕੇ ਜਦੋਂ ਚੀਜ਼ਾਂ ਮੈਂ ਦੇਖੀਆਂ ਐਕਚੁਅਲ ਨਿਊਜ਼ 'ਤੇ ਕੁਛ ਹੋਰ ਸੀ, ਐਕਚੁਅਲ ਗਰਾਊਂਡ ਸਿਨੈਰੀਓ 'ਤੇ ਸਿਚੁਏਸ਼ਨ ਕੁਛ ਹੋਰ ਸੀਗੀ। ਅਤੇ ਜਦੋਂ ਇੱਧਰ ਆਈ ਇੱਧਰ ਦੇਖੀਆਂ ਵੀ ਸਿਚੁਏਸ਼ਨ ਬਹੁਤ ਡਿਫਰੈਂਟ ਹੈਗੀਆਂ। ਅਤੇ ਜਦੋਂ ਇੱਕ ਦਿਨ ਲਈ ਸੋਚ ਕੇ ਆਈ ਸੀ ਪਰ ਉਹ ਇੱਕ ਦਿਨ ਸਾਲ ਹੋ ਗਿਆ, ਮੈਨੂੰ ਪਤਾ ਨਹੀਂ ਲੱਗਿਆ। ਚੀਜ਼ਾਂ ਇਹਨਾਂ ਕਾਫੀਆਂ ਚੀਜ਼ਾਂ ਸਿੱਖੀਆਂ ਬਈ ਤੁਸੀਂ ਕਿਵੇਂ ਸਿਚੁਏਸ਼ਨਸ ਨੂੰ ਤੁਸੀਂ ਹੈਂਡਲ ਕਿਵੇਂ ਕਰਦੇ ਹੋ। ਤੁਹਾਡੀ ਲਾਈਫ 'ਚ ਅਪ ਡਾਊਨਸ ਆਉਂਦੇ ਰਹਿੰਦੇ ਆ, ਬਟ ਉਹਨਾਂ ਨੂੰ ਛੱਡ ਕੇ ਤੁਸੀਂ ਕਿਸੇ ਦੀ ਹੈਲਪ ਬਾਰੇ ਕਿਵੇਂ ਸੋਚ ਸਕਦੇ ਹੋ, ਤੁਸੀਂ ਕਿਸੇ ਹੋਰ ਲਈ ਕਿਵੇਂ ਕਰ ਸਕਦੇ ਹੋ, ਉਹ ਚੀਜ਼ਾਂ ਮੈਂ ਇੱਧਰ ਆ ਕੇ ਸਿੱਖੀਆਂ। ਅਤੇ ਕਾਫੀਆਂ ਚੀਜ਼ਾਂ ਮਤਲਬ ਜਿੱਦਾਂ ਆਪਾਂ ਦੇਖਦੇ ਹਾਂ ਕਿਤੇ ਵੀ ਕੋਈ ਅੰਦੋਲਨ ਹੁੰਦਾ ਉੱਥੇ ਜਾਤੀਵਾਦ ਜਾਂ ਧਰਮ ਦੇ ਨਾਮ 'ਤੇ ਪੰਗੇ ਹੁੰਦੇ ਆ ਜਾਂ ਕੁਛ ਵੀ ਕਹਿ ਦਿੰਦੇ ਆ, ਬਟ ਇੱਥੇ ਸਭ ਤੋਂ ਵੱਡੀ ਚੀਜ਼ ਵੀ ਉਹ ਚੀਜ਼ ਹੀ ਖਤਮ ਹੋ ਗਈ। ਇੱਧਰ ਕੋਈ ਹਿੰਦੂ ਨਹੀਂ, ਕੋਈ ਮੁਸਲਮਾਨ ਨਹੀਂ, ਕੋਈ ਸਿੱਖ ਨਹੀਂ, ਸਾਰੇ ਆਪਾਂ ਇੱਕ ਜਿਹੜੀ ਸਭ ਤੋਂ ਵੱਡੀ ਚੀਜ਼ ਆ ਹਿਊਮੈਨਿਟੀ, ਇਨਸਾਨੀਅਤ ਹੈਗੀ ਸਭ ਤੋਂ ਵੱਡੀ ਚੀਜ਼ ਉਹ ਆ। ਅਤੇ ਉਹ ਸਭ ਤੋਂ ਵੱਡਾ ਐਗਜ਼ਾਮਪਲ ਸੈੱਟ ਹੋਇਆ ਬਈ ਜਦੋਂ ਆਪਾਂ ਸਾਰੇ ਮਿਲ ਕੇ ਏਕ ਹੁੰਦੇ ਆ ਅਤੇ ਉਹਦਾ ਮਤਲਬ ਇਹ ਆ ਬਈ ਹੁਣ ਧਰਮ ਦੀ ਗੱਲ ਹੀ ਕੋਈ ਨਹੀਂ ਹੈਗੀ, ਆਪਾਂ ਸਾਰੇ ਏਕ ਹੈਗੇ ਆ। ਅਤੇ ਉਹ ਚੀਜ਼ਾਂ ਸਿੱਖੀਆਂ, ਪੇਸ਼ੈਂਸ ਲਾਈਫ 'ਚ ਕਿਵੇਂ ਰੱਖੀਦਾ ਹੁੰਦਾ, ਸਟਰਗਲ ਤੁਹਾਨੂੰ ਸਬਰ ਰੱਖਣਾ ਬਹੁਤ ਜ਼ਰੂਰੀ ਆ ਜ਼ਿੰਦਗੀ 'ਚ। ਅਤੇ ਉਹ ਚੀਜ਼ਾਂ ਮੈਂ ਸਿੱਖੀਆਂ ਅਤੇ ਨਾਲ ਦੀ ਨਾਲ ਕਈਆਂ ਚੀਜ਼ਾਂ ਜਦੋਂ ਰੋਜ਼ ਆਉਂਦੀ ਸੀ ਲੋਕਾਂ ਨੂੰ ਦੇਖਦੀ ਸੀ ਬਈ ਬੇਸਿਕ ਚੀਜ਼ਾਂ ਤੁਸੀਂ ਲਾਈਫ 'ਚ ਕਿਵੇਂ ਐਡਜਸਟ ਕਰਦੇ ਹੋ। ਬਹੁਤ ਕੁਝ ਸਿੱਖਿਆ ਮੈਂ ਅਤੇ ਬਹੁਤ ਵਧੀਆ ਇਹ ਜਿਹੜਾ ਅੰਦੋਲਨ ਸੀਗਾ ਮੇਰੀ ਲਾਈਫ 'ਚ, ਇਹਦੀ ਬਹੁਤ ਚੀਜ਼ਾਂ ਇਹੋ ਜਿਹੀਆਂ ਹੈਗੀਆਂ ਜਿਹੜੀ ਮੈਨੂੰ ਲਾਈਫ 'ਚ ਸ਼ਾਇਦ ਮੈਨੂੰ ਕਿਤੇ ਹੋਰ ਕਦੇ ਸਿੱਖਣ ਨੂੰ ਨਹੀਂ ਮਿਲ ਸਕਦੀ ਸੀਗੀ। ਦੇਖੋ ਜਿਵੇਂ ਸਾਡੀ ਛੋਟੀ ਭੈਣ ਨੇ ਆਪਣਾ ਅਨੁਭਵ ਜਿਹੜਾ ਵਾ ਉਹ ਸਾਡੇ ਸਾਰਿਆਂ ਨਾਲ ਆਪਣਾ ਸ਼ੇਅਰ ਕੀਤਾ, ਸੰਗਤਾਂ ਨੂੰ ਦੱਸਿਆ ਕਿ ਕਿੱਦਾਂ ਉਹਨਾਂ ਨੇ ਆਣ ਕੇ ਮਾਣ ਮਹਿਸੂਸ ਕੀਤਾ ਇੱਥੇ ਆਪਣੇ ਕਿਸਾਨ ਭਰਾਵਾਂ ਜਿਹਨੇ ਇੱਥੇ ਅੰਦੋਲਨ ਦੇ ਵਿੱਚ ਆਪਣੇ ਹੱਕਾਂ ਪ੍ਰਤੀ ਲੜ ਰਹੇ ਸੀ, ਉਹਨਾਂ ਦੀ ਸੇਵਾ ਕਰਨ ਵਿੱਚ। ਅਤੇ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਇਹ ਜਿੱਥੇ ਸਾਡੀ ਇਹ ਛੋਟੀ ਭੈਣ ਨੇ ਆਪਣੀ ਜਿਹੜੀ ਉਹਨਾਂ ਦੀ ਵਿੱਦਿਆ ਜਿਹੜੀ ਐਜੂਕੇਸ਼ਨ ਡਾਕਟਰੀ ਦੀ ਜਿੱਥੇ ਉਹ ਨਾਲ ਉੱਥੇ ਸੇਵਾਵਾਂ ਦੇ ਰਹੇ ਨਾਲ ਉਹਨਾਂ ਨੇ ਕਿਸਾਨੀ ਅੰਦੋਲਨ ਦੇ ਵਿੱਚ ਸੇਵਾ ਕਰਕੇ ਮਾਣ ਮਹਿਸੂਸ ਕੀਤਾ ਕਿ ਕਿੱਦਾਂ, ਕਿਉਂਕਿ ਇਹ ਅੰਦੋਲਨ ਜਿੱਤਿਆ ਹੀ ਤਾਂ ਗਿਆ। ਦੇਖੋ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਜੇ ਆਪਾਂ ਅੱਜ ਇਹ ਜਿੱਤ ਦੇ ਲਾਗੇ ਹੋਏ ਹਾਂ ਅਤੇ ਇਹਦੇ ਵਿੱਚ ਹਰ ਵਰਗ ਨੇ ਸਹਿਯੋਗ ਦਿੱਤਾ। ਜੇ ਇਕੱਲਾ ਇੱਕ ਧਿਰ ਇੱਕ ਵਰਗ ਸਿਰਫ ਇਕੱਲੀ ਆਪਾਂ ਜੇ ਇੰਝ ਕਹਿ ਲਈਏ ਵੀ ਇਕੱਲਾ ਪੰਜਾਬ ਤੁਰਦਾ ਤਾਂ ਸ਼ਾਇਦ ਗੱਲ ਨਾ ਬਣਦੀ। ਪੰਜਾਬ ਦੇ ਨਾਲ ਹਰਿਆਣਾ ਤੁਰਿਆ, ਨਾਲ ਯੂਪੀ, ਮਤਲਬ ਹਰ ਸਟੇਟ ਨੇ। ਦਿੱਲੀ ਦੇ ਜੇ ਅਸੀਂ ਇਕੱਲੇ ਵਸਨੀਕ ਦੀ ਗੱਲ ਕਰੀਏ ਤਾਂ ਸਾਡੇ ਕੋਲ ਸ਼ਬਦ ਨਹੀਂ ਹੈਗੇ, ਕਿਉਂਕਿ ਅਸੀਂ ਖੁਦ ਮਹਿਸੂਸ ਕੀਤਾ। ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਕਈ ਸਾਡੇ ਕੋਲ ਇੱਥੇ ਆਣ ਕੇ ਸੇਵਾ ਦੇ ਵਿੱਚ ਹੱਥ ਵਟਾਉਂਦੇ ਰਹੇ। ਉਹ ਮਤਲਬ ਉਹਨਾਂ ਨੇ ਮਾਣ ਮਹਿਸੂਸ ਕੀਤਾ ਕਿ ਅਸੀਂ ਆਪਣੇ ਭਰਾਵਾਂ ਦੇ ਕੰਮ ਆ ਸਕੇ ਹਾਂ। ਅਤੇ ਮਨੀਸ਼ਾ ਜਦੋਂ ਤੁਸੀਂ ਘਰ ਜਾਂਦੇ ਸੀ ਇੱਥੋਂ ਅੰਦੋਲਨ ਤੋਂ, ਤੁਹਾਡੇ ਮੰਮੀ ਡੈਡੀ ਕੀ ਮਹਿਸੂਸ ਕਰਦੇ ਸੀ ਤੁਹਾਡੇ ਬਾਰੇ? ਕਿਉਂਕਿ ਇੱਕ ਸਭ ਤੋਂ ਪਹਿਲ ਗੱਲ ਹੁੰਦੀ ਹੈ ਵੀ ਇੱਕ ਲੜਕਾ ਆਪਣੇ ਘਰੋਂ ਬਾਹਰ ਜਾਵੇ, ਕਿਉਂਕਿ ਅਸੀਂ ਅੰਦੋਲਨ 'ਚ ਵੇਖਦੇ ਰਹੇ ਵੀ ਕਈ ਆਪਣੇ ਬੱਚਿਆਂ ਨੂੰ ਜਿਨ੍ਹਾਂ ਦੇ ਬੇਟੇ ਸੀ ਉਹ ਵੀ ਭੇਜਣ ਤੋਂ ਕਈ ਵਾਰੀ ਕੰਨੀ ਕਤਰਾਉਂਦੇ ਸੀ ਵੀ ਉੱਥੇ ਕੋਈ ਘਟਨਾ ਨਾ ਵਾਪਰ ਜਾਏ, ਉੱਥੇ ਲੜਾਈ ਝਗੜਾ ਨਾ ਹੋ ਜਾਏ, ਗੋਲੀ ਨਾ ਚੱਲ ਜਾਏ। ਅਤੇ ਤੁਸੀਂ ਤਾਂ ਇੱਕ ਲੜਕੀ ਸੀ, ਤੁਹਾਨੂੰ ਤੁਹਾਡੇ ਮੰਮੀ ਡੈਡੀ ਨੇ ਕੋਈ ਇੱਦਾਂ ਦਾ ਕੁਐਸਚਨ ਕੀਤਾ ਹੋਵੇ ਜਾਂ ਤੁਹਾਨੂੰ ਕਦੀ ਡਰਾਇਆ ਹੋਵੇ ਕਿ ਇਹ ਸਿੱਖ ਤਾਂ ਇੱਦਾਂ ਦੇ ਹੁੰਦੇ ਆ, ਉਹ ਤਾਂ ਮਤਲਬ ਖਤਰਨਾਕ ਹੁੰਦੇ ਆ, ਜਾਂ ਬੜਾ ਕੁਝ ਜੋ ਨੈਸ਼ਨਲ ਮੀਡੀਆ ਰਾਹੀਂ ਪ੍ਰਚਾਰਿਆ ਗਿਆ, ਤੁਹਾਨੂੰ ਤੁਹਾਡੇ ਮੰਮੀ ਡੈਡੀ ਵੱਲੋਂ ਕੋਈ ਇੱਦਾਂ ਦਾ ਕੋਈ ਸਵਾਲ ਹੋਇਆ ਹੋਵੇ ਜਾਂ ਤੁਹਾਨੂੰ ਕੋਈ ਗੱਲ ਕਹੀ ਗਈ ਹੋਵੇ ਪਰਿਵਾਰ ਵੱਲੋਂ, ਉਹ ਜ਼ਰੂਰ ਤੁਸੀਂ ਸੰਗਤਾਂ ਨਾਲ ਸਾਂਝੀ ਕਰੋ। ਫੈਮਿਲੀ ਨੇ ਤਾਂ ਕਦੇ ਇੱਦਾਂ ਕੁਛ ਨਹੀਂ ਕਿਹਾ, ਬਟ ਜਿੱਦਾਂ ਮੈਂ ਦਿੱਲੀ ਤੋਂ ਬਿਲੋਂਗ ਕਰਦੀ ਹਾਂ ਅਤੇ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਲੋਕਲ, ਜਿੱਦਾਂ ਜਦੋਂ ਫਰੈਂਡ ਸਰਕਲ 'ਚ ਹੁੰਦੀ ਸੀ ਅਤੇ ਫਰੈਂਡਸ ਕਹਿੰਦੇ ਸੀ ਬਈ ਉੱਥੇ ਸੇਫ ਨਹੀਂ ਹੈਗਾ ਅਤੇ ਖਾਲਿਸਤਾਨੀ ਨੇ ਜਾਂ ਨਿਊਜ਼ 'ਤੇ ਇਹ ਆਈ ਜਾਂਦੀਆਂ ਚੀਜ਼ਾਂ। ਅਤੇ ਮੈਂ ਕਿਹਾ ਤੁਸੀਂ ਇੱਕ ਦਿਨ ਟਾਈਮ ਕੱਢੋ ਅਤੇ ਮੇਰੇ ਨਾਲ ਚੱਲੋ। ਕੁਛ ਮੰਨੇ ਆਉਣ ਲਈ, ਕੁਝ ਨਹੀਂ ਆਏ, ਅਤੇ ਜਿਹੜੇ ਮੇਰੇ ਨਾਲ ਆਏ ਉਹਨਾਂ ਦੀ ਆਉਣ ਤੋਂ ਬਾਅਦ ਥਿੰਕਿੰਗ ਚੇਂਜ ਹੋ ਗਈ ਕਿ ਬਈ ਗਲਤ ਚੀਜ਼ਾਂ ਸੱਚੀ ਦਿਖਾਈ ਜਾ ਰਹੀਆਂ ਨੇ। ਅਤੇ ਮੈਂ ਕਿਹਾ ਉਹ ਮਤਲਬ ਮੈਂ ਕਦੇ ਬਾਰਡਰ 'ਤੇ ਆਉਂਦੀ ਨਹੀਂ ਸੀ,
ਆਫਟਰ ਈਵਨਿੰਗ ਜਾਂ ਫਿਰ ਹਨੇਰੇ ਤੋਂ ਬਾਅਦ ਕਦੇ ਵੀ ਬਾਰਡਰ ਸਾਈਡ ਆਪਾਂ ਸੇਫ ਨਹੀਂ ਸਮਝਦੇ ਸੀਗੇ। ਬਟ ਜਦੋਂ ਅੰਦੋਲਨ ਹੋਇਆ ਮੈਂ ਆਈ ਇੱਧਰ ਤੇ ਮੇਰੀ ਫੈਮਿਲੀ ਨੇ ਕਦੇ ਉਹਨਾਂ ਨੂੰ ਟੈਨਸ਼ਨ ਨਹੀਂ ਹੁੰਦੀ ਸੀ। ਉਹ ਕਹਿੰਦੇ ਇਹ ਜਿੱਥੇ ਹੈਗੀ ਉਹ ਸਾਨੂੰ ਸਭ ਤੋਂ ਸੇਫ ਥਾਂ ਲੱਗਦੀ ਆ, ਬਿਕੋਜ਼ ਉੱਥੇ ਉਹ ਲੋਕੀ ਨੇ ਜਿਹੜੇ ਦੂਜਿਆਂ ਲਈ ਹਮੇਸ਼ਾ ਖੜੇ ਹੁੰਦੇ ਆ। ਸੋ ਸਾਨੂੰ ਕੋਈ ਟੈਨਸ਼ਨ ਨਹੀਂ ਬਈ ਸਾਡੀ ਕੁੜੀ ਉੱਥੇ ਹੈਗੀ, ਆਪਾਂ ਬਿਲਕੁਲ ਟੈਨਸ਼ਨ ਫਰੀ ਆ। ਸਾਨੂੰ ਜਮਾਂ ਨਹੀਂ ਟੈਨਸ਼ਨ ਹੈਗੀ ਬਈ ਉਹ ਕਿਤੇ ਅਨਸੇਫ ਪਲੇਸ ਤੇ ਆ। ਤੇ ਮੇਰੇ ਫਰੈਂਡਸ ਨਾਲ ਹੁੰਦੀ ਸੀ ਕਈ ਆਰਗੂਮੈਂਟ ਕਿ ਬਈ ਤੂੰ ਨਾ ਜਾਇਆ ਕਰ, ਉੱਥੇ ਸੇਫ ਨਹੀਂ ਹੈਗਾ। ਉਹਨਾਂ ਨੇ ਨਿਊਜ਼ ਵੀ ਸੁਣੀਆਂ। ਮੈਂ ਕਿਹਾ ਨਿਊਜ਼ ਜਿਹੜੀਆਂ ਤੁਸੀਂ ਸੁਣਦੇ ਹੋ ਤੁਸੀਂ ਗਰਾਊਂਡ ਲੈਵਲ ਤੇ ਜਾ ਕੇ ਪਹਿਲਾਂ ਚੀਜ਼ਾਂ ਦੇਖੋ। ਤਾਂ ਫਿਰ ਜਦੋਂ ਉਹਨਾਂ ਨੇ ਆ ਕੇ ਇੱਧਰ ਦੇਖਿਆ ਉਹਨਾਂ ਨੂੰ ਵੀ ਰਿਅਲਾਈਜ਼ ਹੋਇਆ ਬਈ ਤੁਸੀਂ ਕਿਤੇ ਨਾ ਕਿਤੇ ਗਲਤ ਸੀਗੇ। ਐਕਚੁਅਲ ਚੀਜ਼ਾਂ ਉਹ ਨਹੀਂ ਹੈਗੀਆਂ ਜਿਹੜੀ ਤੁਹਾਨੂੰ ਦਿਖਾਈ ਗਈਆਂ ਨੇ। ਤੇ ਬਹੁਤ ਸਾਰੀਆਂ ਚੀਜ਼ਾਂ ਇੱਦਾਂ ਦੀ ਸੀਗੀ ਜਿਹੜੀ ਲੋਕਾਂ ਨੂੰ ਇੱਧਰ ਆ ਕੇ ਪਤਾ ਚੱਲੀਆਂ, ਜਿਹੜੀ ਪਹਿਲਾਂ ਨਹੀਂ ਸੀ ਪਤਾ ਹੁੰਦੀ ਕਿਸੇ ਨੂੰ ਵੀ। ਬਟ ਇੱਧਰ ਆਉਣ ਤੋਂ ਬਾਅਦ ਜਦੋਂ ਦੇਖੀਏ ਐਕਚੁਅਲ ਕੀ ਮਤਲਬ ਜਿਹੜਾ ਇੱਕ ਹੁੰਦਾ ਵੀ ਡਿਫਰੈਂਸ ਸੀ ਬਈ ਪੰਜਾਬ ਬਾਰੇ, ਇੱਕ ਡਿਫਰੈਂਟ ਸੋਚ ਹੁੰਦੀ ਸੀ ਬਈ ਯੂਥ ਨਸ਼ਿਆਂ 'ਚ ਲੱਗਿਆ ਹੋਇਆ ਜਾਂ ਇੱਦਾਂ ਕੁਝ। ਬਟ ਉਹ ਸਾਰੀਆਂ ਚੀਜ਼ਾਂ ਇੱਥੇ ਆ ਕੇ ਜਦੋਂ ਰਿਸਪੌਂਸਿਬਿਲਿਟੀ ਦੇਖੀ ਆ ਬਈ ਬੇਸਿਕ ਚੀਜ਼ਾਂ ਉਹਨਾਂ ਨੇ ਕਿੱਦਾਂ ਮੈਨੇਜ ਕੀਤੀਆਂ ਹੋਈਆਂ। ਬੇਸਿਕ ਲਾਈਫ ਇੱਕ ਸਡਨ ਤੁਸੀਂ ਰੋਡ ਤੇ ਆ ਕੇ ਤੁਸੀਂ ਟੈਂਟ ਲਾ ਕੇ ਤੁਸੀਂ ਇੱਕ ਚੀਜ਼ਾਂ ਨੂੰ ਕਿੱਦਾਂ ਮੈਨੇਜ ਕਰਦੇ ਹੋ, ਉਹ ਚੀਜ਼ ਦੇਖ ਕੇ ਮੈਂ ਵੀ ਕਈ ਵਾਰੀ ਸ਼ੌਕ ਹੁੰਦੀ ਸੀ ਬਈ ਇਹ ਮੈਨੇਜਮੈਂਟ ਕਿੱਦਾਂ ਕੀਤਾ ਹੋਇਆ ਇੱਧਰ ਸਾਰਿਆਂ ਨੇ ਮਿਲ ਕੇ। ਬਿਲਕੁਲ ਜੀ, ਵੇਖੋ ਇਹ ਸਾਡੀ ਛੋਟੀ ਭੈਣ ਨੇ ਆਪਣਾ ਅਨੁਭਵ ਦੱਸਿਆ ਤੇ ਨਾਲ ਜਿਹੜਾ ਉਹਨਾਂ ਦਾ ਫਰੈਂਡ ਸਰਕਲ ਸੀ ਜਾਂ ਜਿਹੜੇ ਅੰਦੋਲਨ ਪ੍ਰਤੀ ਗਲਤ ਅਫਵਾਹਾਂ ਫੈਲੀਆਂ ਹੋਈਆਂ ਸੀ ਉਹ ਸਾਰੀਆਂ ਕਲੀਅਰ ਹੋਈਆਂ ਜਦੋਂ ਉਹਨਾਂ ਦੱਸਿਆ ਕਿ ਇੱਥੇ ਆਣ ਕੇ ਉਹਨਾਂ ਨੇ ਆਪਣੇ ਜਿਹੜੇ ਉਹਨਾਂ ਦੇ ਨਾਲ ਫਰੈਂਡ ਸੀ, ਜਿਹੜੇ ਉਹਨਾਂ ਦੇ ਦੋਸਤ ਮਿੱਤਰ, ਜਿਹੜੇ ਉਹਨਾਂ ਦੇ ਨਾਲ ਜੌਬ ਕਰਨ ਵਾਲੇ ਜਾਂ ਬਾਕੀ ਪਰਿਵਾਰਕ ਮੈਂਬਰ, ਸਭ ਤੋਂ ਵੱਡੀ ਗੱਲ ਆ ਕਿ ਉਹਨਾਂ ਦੇ ਇਹ ਪਰਿਵਾਰਕ ਮੈਂਬਰ, ਉਹਨਾਂ ਦੇ ਮੰਮੀ, ਉਹਨਾਂ ਦੇ ਡੈਡੀ, ਉਹਨਾਂ ਦੇ ਛੋਟੇ ਬ੍ਰਦਰ ਸਿਸਟਰ, ਉਹ ਵੀ ਇੱਥੇ ਅੰਦੋਲਨ 'ਚ ਆਉਂਦੇ ਰਹੇ। ਤੇ ਬੜੀ ਖੁਸ਼ੀ ਦੀ ਗੱਲ ਆ ਕਿ ਵੇਖੋ ਜੀ ਅੱਜ ਅਸੀਂ ਜਿੱਤ ਦੇ ਲਾਗੇ ਹਾਂ ਤੇ ਸਾਡੇ ਕੋਲ ਸ਼ਬਦ ਨਹੀਂ ਹੈਗੇ ਅਸੀਂ ਆਪਣੀ ਛੋਟੀ ਭੈਣ ਦਾ, ਇਹਨਾਂ ਦੇ ਸਮੁੱਚੇ ਪਰਿਵਾਰ ਦਾ ਧੰਨਵਾਦ ਕਰ ਸਕੀਏ। ਤੇ ਅਸੀਂ ਆਪਣੇ ਨੂੰ ਫਰਜ਼ ਸਮਝਿਆ ਕਿ ਅਸੀਂ ਸੰਗਤਾਂ ਸਾਹਮਣੇ ਉਹ ਚਿਹਰੇ ਜ਼ਰੂਰ ਲੈ ਕੇ ਆਈਏ ਜਿਨ੍ਹਾਂ ਨੇ ਇਸ ਅੰਦੋਲਨ ਦੇ ਵਿੱਚ ਪਿੱਛੇ ਰਹਿ ਕੇ ਕੰਮ ਕੀਤਾ, ਵੀ ਜਿਹੜੇ ਸਾਹਮਣੇ ਨਹੀਂ ਆ ਸਕੇ ਪਰ ਅਸੀਂ ਵਿਖਾਉਣਾ ਚਾਹੁੰਦੇ ਹਾਂ ਵੀ ਪਤਾ ਲੱਗੇ ਵੀ ਜੇ ਅੱਜ ਅਸੀਂ ਇੱਥੋਂ ਤੱਕ ਪਹੁੰਚੇ ਹਾਂ। ਕਿਉਂਕਿ ਇੱਥੇ ਅਸੀਂ ਵੇਖਦੇ ਹੁੰਦੇ ਸੀ ਜਦੋਂ ਵੀ ਕਿਸੇ ਬਜ਼ੁਰਗ ਨੇ, ਕਿਉਂਕਿ ਇੱਥੇ ਜਿਸ ਆਪਾਂ ਮੇਨ ਹਾਈਵੇ ਤੇ ਬੈਠੇ ਤੇ ਕੋਈ ਲਾਗੇ ਮੈਡੀਕਲ ਸਟੋਰ ਨਹੀਂ ਹੈਗਾ, ਕਿਉਂਕਿ ਇੱਥੇ ਮੈਡੀਸਨ ਰੱਖੀ ਹੋਈ ਆ। ਅੱਧੀ ਰਾਤ ਵੀ ਕਈ ਵਾਰੀ ਸਾਨੂੰ ਆਣ ਕੇ ਕੋਈ ਆਵਾਜ਼ ਉਡਾਉਂਦਾ, ਕੋਈ ਦਿਨ ਵੇਲੇ ਜਦੋਂ ਵੀ ਕੋਈ ਜ਼ਰੂਰਤ ਪੈਂਦੀ ਆ ਤੇ ਅਸੀਂ ਮਾਣ ਮਹਿਸੂਸ ਕਰਦੇ ਹਾਂ। ਸਾਨੂੰ ਕਈ ਵਾਰੀ ਕਈ ਕਹਿੰਦੇ ਵੀ ਆ ਕਿ ਤੁਸੀਂ ਬੜਾ ਵੱਡਾ ਕੰਮ ਕੀਤਾ ਸੀਗਾ, ਅਸੀਂ ਕੋਈ ਵੱਡਾ ਕੰਮ ਨਹੀਂ ਕੀਤਾ, ਇਹ ਸਾਡਾ ਫਰਜ਼ ਸੀ ਕਿਉਂਕਿ ਅਸੀਂ ਆਪਣੇ ਆਪ ਲਈ ਬੈਠੇ ਹਾਂ, ਕਿਉਂਕਿ ਅਸੀਂ ਪਹਿਲਾਂ ਕਿਸਾਨ ਵਾਂ। ਤੇ ਇਸ ਅੰਦੋਲਨ ਨੇ ਜੋ ਪੇਂਡੂ ਤੇ ਸ਼ਹਿਰੀ ਦਾ ਇੱਕ ਬਹੁਤ ਵੱਡਾ ਗੈਪ ਸੀ ਨਾ ਉਹਨੂੰ ਦੂਰ ਵੀ ਕੀਤਾ। ਬੜੇ ਨੇੜੇ ਹੋਏ ਆ, ਜਿਹੜੇ ਭਰਮ ਭੁਲੇਖੇ ਸੀ ਇੱਕ ਦੂਜੇ ਦੇ ਪ੍ਰਤੀ ਉਹ ਦੂਰ ਹੋਏ ਆ। ਤੇ ਅਸੀਂ ਅਖੀਰ ਦੇ ਵਿੱਚ ਗੁਰਮਤਿ ਗਿਆਨ ਮਿਸ਼ਨ ਕਾਲਜ ਦੀ ਸਮੁੱਚੀ ਸੰਸਥਾ ਵੱਲੋਂ, ਸਮੁੱਚੇ ਸਾਡੇ ਸਟਾਫ ਵੱਲੋਂ, ਸਾਡੇ ਟਰਸਟੀਆਂ ਵੱਲੋਂ ਅਸੀਂ ਆਪਣੀ ਇਸ ਛੋਟੀ ਭੈਣ ਦਾ, ਆਪਣੀ ਧੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਸਮੁੱਚੇ ਪਰਿਵਾਰ ਦਾ ਵੀ ਕੋਈ ਸਾਡੇ ਕੋਲ ਸ਼ਬਦ ਨਹੀਂ ਹੈਗੇ ਕਿ ਜਿਨ੍ਹਾਂ ਨਾਲ ਅਸੀਂ ਧੰਨਵਾਦ ਕਰ ਸਕੀਏ, ਕਿ ਸ਼ੁਕਰਗੁਜ਼ਾਰ ਹਾਂ ਕਿ ਅੱਗੇ ਤੋਂ ਵੀ ਜਦੋਂ ਕਿਤੇ ਸਾਨੂੰ ਜ਼ਰੂਰਤ ਪਵੇ ਇਹ ਸਾਡੀ ਛੋਟੀ ਭੈਣ, ਇਹਨਾਂ ਦਾ ਸਮੁੱਚਾ ਪਰਿਵਾਰ ਇੱਦਾਂ ਹੀ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਅਸੀਂ ਸਮਾਜ ਦੇ ਵਿੱਚ ਇੱਦਾਂ ਕੋਈ ਸੇਵਾ ਕਰ ਸਕੀਏ। ਗੁਰੂ ਬਖਸ਼ਿਸ਼ ਕਰੇ। ਅਸੀਂ ਸਾਰਿਆਂ ਦਾ ਜਿੱਥੇ ਧੰਨਵਾਦ ਕਰਦੇ ਹਾਂ ਦੇਸ਼ਾਂ ਵਿਦੇਸ਼ਾਂ ਦੇ ਵੀਰਾਂ ਦਾ, ਜਿਨ੍ਹਾਂ ਨੇ ਆਉਣ ਵਾਲੇ ਸਮੇਂ 'ਚ ਅਸੀਂ ਉਹ ਵੀ ਚਿਹਰੇ ਲੈ ਕੇ ਆਵਾਂਗੇ ਜਿਨ੍ਹਾਂ ਨੇ ਵਿਦੇਸ਼ਾਂ 'ਚ ਬੈਠ ਕੇ ਵੀ ਮਤਲਬ ਉਹਨਾਂ ਦਾ ਤਨ ਉੱਥੇ ਸੀ ਪਰ ਉਹਨਾਂ ਦਾ ਮਨ ਇਸ ਅੰਦੋਲਨ ਦੇ ਵਿੱਚ ਸੀ। ਹਰ ਪੱਖੋਂ ਉਹਨਾਂ ਨੇ ਸਹਿਯੋਗ ਦਿੱਤਾ। ਅਸੀਂ ਅੱਜ ਆਪਣੀ ਇਸ ਛੋਟੀ ਭੈਣ ਦਾ, ਸਮੁੱਚੇ ਪਰਿਵਾਰ ਦਾ, ਸਮੁੱਚੀਆਂ ਸੰਸਥਾਵਾਂ ਵੱਲੋਂ, ਇੰਜ ਕਹਿ ਲਈਏ ਕਿ ਸਾਰੇ ਕਿਸਾਨ ਜਥੇਬੰਦੀਆਂ ਵੱਲੋਂ, ਕਿਸਾਨਾਂ ਵੱਲੋਂ, ਆਪਣੇ ਕਾਲਜ ਵੱਲੋਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।